प्यारे साथियों, जय भीम, जय भारत, नमो बुद्धा। मैं कई दिनों तो खुद नहीं बोल सकिया। तबीयत तो ठीक है, पर दूसरे कामां च मसरूफ होने करके मैनू बहुत सारे प्रश्नों के प्रसंग दे विच बोलण का मौका नहीं मिलिया। हुणे मैं वीर बख्शी राम जी नूं सुन रहा सी। उन्होंने समाज नूं इकट्ठे होने वास्ते फिर एक बार अपील की है, और उस दे नाल ही एक गल उन्होंने दोहराई है, और उस दोहराई हुई गल दे विच मेरे बारे कई गल्लां कीतियां हन। और उस्तत जिहड़ी उन्होंने ठीक लगी है, उन्होंने उहदे ते चर्चा की है कि मैं अपने पिछले 40 साल के जीवन च किस तरह समाज विच चलिया और किस तरह अलग अलग पहलुओं ते काम किया और किस तरह समाज ने उसका प्रभाव जिहड़ा कबूल किया। अज मेरे पास या आम लोगों पास भी जिस तरह असी देखते हाँ, वो खुला समा नहीं रहा। जदों असी लोकां नाल अपने समाज नाल जे बाहर नहीं तो घट्टो घट्ट घर बैठ के गल कर सकिए। कई बार प्रोग्राम बने और फिर कैंसल होंदे रहे। असी मजबूरियां दे तहत लोकां नूं मिल नहीं सके। लोकां नूं मिलण तो पहला अपने जिहड़े साथी वर्कर है उन्हां नूं भी नहीं मिल सके। प्रोग्राम बने, समा भी तकरीबन तय होया और फिर हालात बदल गए। इस दौरान भी कोशिश की कि किसी दूसरे ढंग नाल अपने लोगों तक जाया जाए, अपने लोगों नूं सचेत रखा जाए, अपने लोगों नूं जागदे रखा जाए, अपने लोगों नूं किसी गूढ़ी नींद च ना जान दिता जाए। ये कोशिश की थी और कई साथी उहदे च अपने वालों भी सरगर्मियां करते रहे जो ज़्यादा खुशी दीयां गल्लां हुंदियां हैं। जिवें रणजीत सिंह धलेता और मलकीत चंद अरदासपुरी, शोक लद्दड़ और होर कई साथी जिन्होंने मानसिक तौर पे एक नवी स्कीम नूं जन्म दिता। और फिर उन्होंने मेरे नाल गल की कि घट्टो घट्ट 4-5 पुस्तकां जिहड़ियां समाज दे वास्ते बहुत जरूरी है
और समाज ਨੂੰ ਸਹੀ ਸੇਧ ਦੇਣ ਵਾਸਤੇ ਬਹੁਤ ਜ਼ਰੂਰੀ ਹੈ। ਔਰ ਜਿਸ ਧਾਰਮਿਕਤਾ ਨੂੰ ਲੋਕ ਪਰਨਾਏ ਹੋਏ ਹੈ, ਉਸ ਧਾਰਮਿਕਤਾ ਦਾ ਸਹੀ ਅਰਥ ਉਹਨਾਂ ਨੂੰ ਸਮਝਾਉਣਾ ਜ਼ਰੂਰੀ ਹੈ। ਜਿਹੜੀਆਂ ਗੱਲਾਂ 84-85 'ਚ ਸ਼ੁਰੂ ਹੋਈਆਂ ਤੇ ਵਿਕਾਸ ਕਰਦੀਆਂ ਰਹੀਆਂ, ਉਹਨਾਂ ਗੱਲਾਂ ਨੂੰ ਜਿਨ੍ਹਾਂ ਨੂੰ ਬਾਅਦ 'ਚ ਲਿਖਿਆ ਗਿਆ ਔਰ ਫਿਰ ਉਹਨਾਂ ਨੂੰ ਛਾਪਿਆ ਗਿਆ, ਛਾਪਣ ਤੋਂ ਬਾਅਦ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜਾ ਸਮਾਜ ਬਹੁਤ ਕੁਛ ਤੋਂ ਅਣਜਾਣ ਸੀ, ਜਿਹਨੂੰ ਗਹਿਰਾਈ ਨਾਲ ਕਿਸੇ ਵੱਡੇ ਵਿਸ਼ੇ ਦੀ, ਸਮਾਜਿਕ ਵਿਸ਼ੇ ਦੀ ਜਾਂ ਧਾਰਮਿਕ ਵਿਸ਼ੇ ਦੀ ਪੂਰੀ ਸਮਝ ਨਹੀਂ ਸੀ, ਉਹਨੂੰ ਸਮਝ ਪਈ। ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਲੋਕਾਂ ਨੇ ਕਦੇ ਕੋਈ ਸਹੀ ਪ੍ਰਸੰਗ ਦੇ ਵਿੱਚ ਲੋਕਾਂ ਨੂੰ ਨਹੀਂ ਦੱਸਿਆ, ਲੋਕਾਂ ਨੂੰ ਨਹੀਂ ਸਮਝਾਇਆ, ਉਹੀ ਦਰਜਨਾਂ ਆਦਮੀ ਸਮਾਜ ਨੂੰ ਬਹੁਤ ਸਾਰੀਆਂ ਗੱਲਾਂ ਖੁਦ ਸਮਝਣ ਤੋਂ ਬਾਅਦ ਸਮਝਾਉਣ ਲੱਗੇ। ਔਰ ਅੱਜ ਉਹ ਦੌਰ 40 ਸਾਲ ਬਾਅਦ ਇਸ ਕਦਰ ਵਿਕਾਸ ਕਰ ਗਿਆ ਕਿ ਵਰਤਮਾਨ ਤੇ ਭਵਿੱਖ ਜਿਹੜਾ ਹੈ, ਇਹਦੇ ਵਾਸਤੇ ਉਹਦੀ ਉਸ ਗੱਲ ਦੀ, ਉਸ ਧਿਆਨ ਦੀ, ਗਿਆਨ ਦੀ, ਉਸ ਸਮਝ ਦੀ, ਉਸ ਜਾਣਕਾਰੀ ਦੀ ਹੋਰ ਵਧੇਰੇ ਜ਼ਰੂਰਤ ਮਹਿਸੂਸ ਹੋਈ। ਔਰ ਇਹ ਜ਼ਰੂਰਤ ਮਹਿਸੂਸ ਕੀਤੀ ਜਿਨ੍ਹਾਂ ਸਾਥੀਆਂ ਨੇ, ਜਿਨ੍ਹਾਂ ਦਾ ਨਾਂ ਲਿਆ ਮੈਂ, ਉਹਦੇ ਵਿੱਚ ਹੋਰ ਵੀ ਕੋਈ ਸ਼ਾਮਲ ਹੋਣਗੇ ਜਿਨ੍ਹਾਂ ਨੇ ਮੇਰੇ ਨਾਲ ਸਿੱਧਿਆਂ ਗੱਲ ਨਹੀਂ ਕੀਤੀ, ਪਰ ਉਹਨਾਂ ਨੇ ਫੈਸਲਾ ਜ਼ਰੂਰ ਕੀਤਾ ਕਿ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਿਆਦਾ ਜ਼ਰੂਰਤ ਸੀ, ਔਰ ਜਿਹੜੀ ਸਮਝ ਦਾ ਵਿਕਾਸ ਕਰਨ ਵਾਸਤੇ ਬਹੁਤ ਜ਼ਿਆਦਾ ਲੋੜੀਂਦੀ ਸੀ, ਉਸ ਵਾਰਤਾ ਨੂੰ, ਉਸ ਪ੍ਰਸੰਗ ਨੂੰ ਸਮਾਜ ਦੇ ਵਿੱਚ ਦੁਬਾਰਾ ਲਿਆਉਣ ਵਾਸਤੇ ਯਤਨ ਕੀਤਾ ਜਾਵੇ। ਫਿਰ ਉਹਨਾਂ ਨੇ ਫੈਸਲਾ ਕੀਤਾ ਕਿ 2 ਮਹੀਨੇ ਲੱਗ ਜਾਣ, 2.5 ਲੱਗ ਜਾਣ, 3 ਮਹੀਨੇ ਲੱਗ ਜਾਣ, ਸਿੱਖ ਲਹਿਰ ਦੇ ਸਿਰਜਕ ਕਹਿ ਰਵਿਦਾਸ ਚਮਾਰਾ, ਛੋਡੀ ਲੈ ਪਖੰਡਾ, ਗੁਲਾਮਗਿਰੀ ਦਰਸ਼ਨ, ਅੰਬੇਡਕਰ ਮਹਾਨ, ਇਹੋ ਜਿਹੀਆਂ ਪੁਸਤਕਾਂ ਜਿਹੜੀਆਂ, ਇਹਨਾਂ ਨੂੰ ਸਮਾਜ ਵਿੱਚ ਦੁਬਾਰਾ ਲਿਆਂਦਾ ਜਾਵੇ। ਔਰ ਦੁਬਾਰਾ ਲਿਆਉਣ ਵਾਸਤੇ ਜਿਹੜਾ ਵੀ ਖਰਚਾ ਇਹਨਾਂ ਪੁਸਤਕਾਂ ਤੇ ਹੋਏਗਾ, ਉਹਨਾਂ ਨੇ ਉਹ ਆਪਣੇ ਸਿਰ ਤੇ ਚੁੱਕਿਆ ਔਰ ਮੈਨੂੰ ਕਿਹਾ ਕਿ ਮੈਂ ਖਰਚੇ ਦੀ ਫਿਕਰ ਨਾ ਕਰਾਂ, ਮੈਨੂੰ ਫਿਕਰ ਸਿਰਫ ਉਸ ਵਿਚਾਰਧਾਰਾ ਦੀ ਹੋਣੀ ਚਾਹੀਦੀ ਹੈ ਜਿਹੜੀ ਵਿਚਾਰਧਾਰਾ ਨੇ ਸਾਨੂੰ
ਜਿਹੜਾ ਵਿਚਾਰਧਾਰਾ ਦੇ ਪ੍ਰਸੰਗ ਵਿੱਚ ਔਰ ਇਨਕਲਾਬ ਸਮਾਜਿਕ ਇਨਕਲਾਬ ਦੇ ਪ੍ਰਸੰਗ ਵਿੱਚ ਜਾਗਰਤ ਕੀਤਾ ਹੈ। ਉਹ ਕੰਮ ਸ਼ੁਰੂ ਹੋ ਗਿਆ। ਉਸ ਕੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਔਰ ਮੈਂ ਇਸ ਵੇਲੇ 3-4 ਪੁਸਤਕਾਂ ਜਿਹੜੀਆਂ ਉਹਨਾਂ ਨੂੰ ਸ਼ੋਧਣਾ ਸ਼ੁਰੂ ਕਰਤਾ। ਇੱਕ ਹੁੰਦਾ ਸੋਧ ਕਰਨਾ, ਗਲਤੀਆਂ ਲਾ ਦੇਣੀਆਂ ਜਾਂ ਕੋਈ ਚੀਜ਼ ਵਿੱਚ ਵਾਧਾ ਕਰ ਦੇਣਾ ਜਾਂ ਕੋਈ ਚੀਜ਼ ਫਾਲਤੂ ਆ ਤਾਂ ਉਹਨੂੰ ਕੱਟ ਦੇਣਾ, ਇਹਨੂੰ ਸੋਧ ਕਰਨਾ ਕਹਿੰਦੇ ਆ। ਇੱਕ ਹੁੰਦਾ ਸ਼ੋਧ ਕਰਨਾ। ਸ਼ੋਧ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਚੀਜ਼ ਰਹਿ ਗਈ ਹੈ, ਜਿਹੜੀ ਪ੍ਰਸੰਗ ਦੇ ਵਿੱਚ ਆਉਣੀ ਜ਼ਰੂਰੀ ਸੀ ਔਰ ਜਿਹਦੇ ਵਾਸਤੇ ਅੱਜ ਵੀ ਓਡੀ ਜ਼ਰੂਰਤ ਹੈ ਜਿੱਡੀ ਪਹਿਲਾਂ ਸੀ, ਔਰ ਉਸ ਨੂੰ ਉਹਦੇ ਸ਼ਾਮਲ ਕਰਨਾ ਕਿਸੇ ਨਵੀਂ ਗੱਲ ਨੂੰ, ਉਹਨੂੰ ਸ਼ੋਧ ਕਹਿੰਦੇ ਹਾਂ ਅਸੀਂ। ਤਾਂ ਜਿਉਂ-ਜਿਉਂ ਕਿਤਾਬਾਂ ਟਾਈਪ ਹੁੰਦੀਆਂ ਰਹਿਣਗੀਆਂ, ਕਿਉਂਕਿ ਸਾਡੇ ਕੋਲ ਮੂਲ ਕਾਪੀਆਂ ਨਹੀਂ ਆਉਂਦੀਆਂ, PDF ਨਹੀਂ ਆਉਂਦੀ। PDF ਨਾ ਹੋਣ ਕਰਕੇ ਉਹ ਦੁਬਾਰਾ ਟਾਈਪ ਹੋ ਰਹੀਆਂ ਹੈ। ਦੁਬਾਰਾ ਟਾਈਪ ਹੋਣ ਤੋਂ ਬਾਅਦ ਉਹਨਾਂ ਨੂੰ ਪੜ੍ਹਿਆ ਜਾਏਗਾ ਔਰ ਉਹਨਾਂ ਦੀ ਸ਼ੋਧ ਕੀਤੀ ਜਾਏਗੀ। ਜਿਵੇਂ ਗੁਲਾਮਗਿਰੀ ਦਰਸ਼ਨ ਮੇਰੀ ਪੁਸਤਕ ਲਗਭਗ 83-84 'ਚ ਛਪੀ। ਜਦੋਂ ਮੈਂ ਮੂਲ ਕਾਪੀ, ਮੂਲ ਇਤਿਹਾਸ ਪੜ੍ਹਿਆ ਗੁਲਾਮਗਿਰੀ ਦਾਦਾ ਸਾਹਿਬ ਜੋਤੀ ਰਾਓ ਫੂਲੇ ਦਾ, ਤਾਂ ਉਹਦੇ 'ਤੇ ਮੈਂ ਬਕਾਇਦਾ ਤੌਰ 'ਤੇ ਚਰਚਾ ਕੀਤੀ ਔਰ ਉਸ ਤੋਂ ਬਾਅਦ ਫਿਰ ਅਸੀਂ ਉਹ ਛਾਪ ਨਹੀਂ ਸਕੇ ਦੁਬਾਰਾ। ਅੱਜ ਮੈਂ ਉਹਨੂੰ ਉਸ ਨਵਾਂ ਜਿਹੜਾ ਪੂਰ ਹੈ ਕਿਤਾਬਾਂ ਦਾ, 4-5 ਪੁਸਤਕਾਂ ਦਾ, ਉਹਦੇ 'ਚ ਫਿਰ ਸ਼ਾਮਲ ਕੀਤਾ ਹੈ। ਕਿਉਂਕਿ ਦਾਦਾ ਸਾਹਿਬ ਜੋਤੀ ਰਾਓ ਫੂਲੇ ਦਾ ਜਿਹੜਾ ਗੁਲਾਮਗਿਰੀ ਦਰਸ਼ਨ ਹੈ, ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਪਹਿਲਾ ਵਰਕਾ ਹੈ। ਇਸ ਤੋਂ ਪਹਿਲਾਂ ਦੇ ਜਿਹੜੇ ਸਦੀਆਂ ਹੈ ਜਿਹੜੀਆਂ, ਉਹਨਾਂ ਦੇ ਵਿੱਚ ਗੁਲਾਮਗਿਰੀ ਵਰਗਾ ਇਤਿਹਾਸਕ ਪ੍ਰਸੰਗ ਕਿਸੇ ਨੇ ਲਿਖਿਆ ਔਰ ਸਾਨੂੰ ਸਮਝ ਨਹੀਂ ਪਈ ਕਿ ਵੇਦ ਸ਼ਾਸਤਰ ਕੀ ਹੁੰਦੇ ਆ, ਜਾਂ ਵੈਦਿਕ ਲੋਕਾਂ ਨੇ ਆ ਕੇ ਕਿਸ ਤਰ੍ਹਾਂ ਸਿੰਧੂ ਘਾਟੀ ਦੀ ਸਭਿਅਤਾ ਨੂੰ ਖਤਮ ਕੀਤਾ ਔਰ ਕਬਜ਼ਾ ਜਮਾਇਆ। ਇਹ ਗੱਲ ਦਾਦਾ ਸਾਹਿਬ ਜੋਤੀ ਰਾਓ ਫੂਲੇ ਦੀ 1873 ਦੇ ਵਿੱਚ ਛਪੀ ਆ, ਪਰ ਸਮਝ ਉਹਨਾਂ ਨੂੰ 1848 ਤੋਂ ਪਹਿਲਾਂ ਸਮਝ ਲੱਗ ਗਈ ਸੀ ਇਸ ਗੱਲ। ਹੁਣ ਉਹ ਗੱਲ ਜਿਹੜੀ ਇਤਿਹਾਸਕ ਤੌਰ ਤੇ ਹਜ਼ਾਰਾਂ ਸਾਲਾਂ ਬਾਅਦ ਸਾਡੇ ਹੱਥਾਂ 'ਚ ਆਈ, ਉਹਦਾ ਮੈਂ ਸ਼ੋਧਿਆ ਹੋਇਆ ਰੂਪ ਹੈ ਜਿਹੜਾ, ਜਿਹੜੀ ਉਹਦੀ ਚਰਚਾ ਕੀਤੀ ਹੈ ਮੈਂ ਦੁਬਾਰਾ ਫੇਰ, ਜਾਣੀ ਦਾਦਾ ਸਾਹਿਬ ਦੀ ਆਪਣੀ ਕਿਤਾਬ ਔਰ ਉਹਦੇ ਤੇ ਮੈਂ ਜਿਹੜੀ ਚਰਚਾ ਕੀਤੀ ਹੈ ਦੂਜੀ ਵਾਰ, ਉਹ ਤਿਆਰ ਹੋ ਚੁੱਕੀ ਹੈ, ਉਹ ਟਾਈਪ ਹੋ ਰਹੀ ਹੈ।
ਔਰ ਮੈਂ ਜਿੱਥੇ ਬਾਬਾ ਸਾਹਿਬ ਦੀ ਜਾਤ ਪਾਤ ਦਾ ਬੀਜਨਾਸ ਕਿਤਾਬ ਨੂੰ ਬਹੁਤ ਪਿਆਰ ਕਰਦਾ ਹਾਂ, ਔਰ ਜਿੱਥੇ ਮੈਂ ਹੋਰ ਬਹੁਤ ਸਾਰੀਆਂ ਜਿਹੜੀਆਂ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ, ਇਹਦੀ ਵਿਚਾਰਧਾਰਾ ਨੂੰ ਬਹੁਤ ਪਿਆਰ ਕਰਦਾ ਹਾਂ। ਜਿਵੇਂ ਬਾਬਾ ਸਾਹਿਬ ਦੀ ਬੁੱਧਾ ਐਂਡ ਹਿਜ਼ ਧੰਮਾ ਪੁਸਤਕ ਹੈ, ਉਹਨੂੰ ਮੈਂ ਬਹੁਤ ਵਾਰ ਪੜ੍ਹਿਆ ਹੈ ਔਰ ਸਮਝਿਆ ਹੈ, ਔਰ ਉਹਨੂੰ ਵਾਰ-ਵਾਰ ਦੁਹਰਾਇਆ, ਔਰ ਉਹਨੂੰ 30 ਸਾਲ 32 ਸਾਲ ਮੈਂ ਦੁਹਰਾਉਂਦਾ ਰਿਹਾ। ਉਸੇ ਲੜੀ ਦੇ ਵਿੱਚ ਦਾਦਾ ਸਾਹਿਬ ਜੋਤੀ ਰਾਓ ਦੀ ਕਿਤਾਬ ਗੁਲਾਮਗਿਰੀ ਆਉਂਦੀ ਹੈ, ਔਰ ਮੈਂ ਉਹਨੂੰ ਨਵਾਂ ਨਾਂ ਦੇ ਕੇ ਗੁਲਾਮਗਿਰੀ ਦਰਸ਼ਨ, ਕਿ ਲੋਕਾਂ ਨੂੰ ਦੱਸ ਸਕਾਂ ਕਿ ਅਸਲ ਵਿੱਚ ਇਸ ਕਿਤਾਬ ਦਾ ਪ੍ਰਸੰਗਿਕ ਅਰਥ ਕੀ ਹੈ, ਭਾਰਤ ਨੂੰ ਇੱਕ ਨਵੇਂ ਇਤਿਹਾਸ ਦਾ ਵਰਕਾ ਕਿਵੇਂ ਮਿਲਿਆ। ਕਿਤਾਬ ਚਾਹੇ ਉਹ ਛੋਟੀ ਹੈ, ਮੇਰਾ ਖਿਆਲ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਉਹ 100 ਸਫ਼ੇ ਤੋਂ ਥੱਲੇ ਦੀ ਹੈ, ਪਰ ਉਹ ਵੱਡੀ ਤੋਂ ਵੱਡੀ ਪੁਸਤਕ ਦਾ ਵੀ ਮੁਕਾਬਲਾ ਕਰਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਮੈਂ ਕਹਿ ਰਵਿਦਾਸ ਚਮਾਰਾ ਮੈਨੂੰ ਕਿਹਾ ਗਿਆ ਕਿ ਇਹ ਵੀ ਛਾਪਣੀ ਹੈ, ਤਾਂ ਉਹਦੀ ਸ਼ੋਧ ਕੀਤੀ। ਮਤਲਬ ਜਿਹੜੀ ਮੂਲ ਗੱਲ ਹੈ ਉਹ ਨਹੀਂ ਬਦਲੀ, ਬਾਣੀ ਨਹੀਂ ਬਦਲੀ ਜਾ ਸਕਦੀ, ਮੂਲ ਵਿਚਾਰਧਾਰਾ ਨਹੀਂ ਬਦਲੀ ਜਾ ਸਕਦੀ। ਪਰ ਉਹਦੇ ਤੇ ਕੀਤੀ ਜਾ ਰਹੀ ਚਰਚਾ ਬਦਲੀ ਜਾ ਸਕਦੀ ਹੈ। ਬਹੁਤ ਕੁਛ ਐਸਾ ਸੀ ਜਿਹੜਾ ਕੋਈ ਖਾਸ ਜ਼ਰੂਰਤ ਨਹੀਂ ਸੀ ਜਿਹਦੀ, ਉਹ ਛੱਡ ਦਿੱਤਾ ਗਿਆ, ਔਰ ਬਹੁਤ ਕੁਛ ਐਸਾ ਜਿਹੜਾ ਮਨੁੱਖ ਦੇ ਸਮਝਣ ਵਾਸਤੇ ਜਿਹਦੀ ਜ਼ਰੂਰਤ ਹੈ, ਉਹਨੂੰ ਦੇ ਵਿੱਚ ਦੁਬਾਰਾ ਲਿਆਂਦਾ ਗਿਆ ਹੈ। ਤਾਂ ਇਹ ਇੱਕ ਸ਼ੋਧ ਜਿਹੜੀ ਕਾਪੀ ਹੈ ਕਹਿ ਰਵਿਦਾਸ ਚਮਾਰਾ, ਇਹ ਵੀ ਛਪੇਗੀ। ਔਰ ਇਸੇ ਤਰ੍ਹਾਂ ਸਿੱਖ ਲਹਿਰ ਦੇ ਸਿਰਜਕ, ਇਹ ਮੈਂ ਮੰਨਦਾ ਕਿ ਮੇਰੇ ਸਮਾਜ ਨੇ ਸਹੀ ਮਾਨਤਾ ਨਹੀਂ ਦਿੱਤੀ, ਕੁਛ ਲੋਕਾਂ ਤੋਂ ਬਿਨਾਂ ਮੇਰੀਆਂ ਇਹਨਾਂ ਪੁਸਤਕਾਂ ਨੂੰ ਸਹੀ ਮਾਨਤਾ ਨਹੀਂ ਦਿੱਤੀ ਗਈ। ਸਿੱਖ ਲਹਿਰ ਦੇ ਸਿਰਜਕ ਮੇਰਾ ਖਿਆਲ ਹੈ ਪਿਛਲੀ ਸਦੀ ਦੇ ਵਿੱਚ ਜਿਹੜਾ ਇਨਕਲਾਬ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਰਾਹੀਂ, ਉਹਦੇ ਉੱਤੇ ਇੱਕ ਹੀ ਵੱਖਰੀ ਚਰਚਾ ਹੈ ਕਿ ਜਿਹੜੀ ਚੀਜ਼ ਜਾਤੀ ਤੌਰ ਤੇ ਲੋਕਾਂ ਨੇ ਆਪਣੇ ਆਪ ਫਿੱਟ ਕਰਕੇ ਲੋਕਾਂ 'ਚ ਪ੍ਰਚਾਰ ਕੀਤੀ ਔਰ ਅਜੇ ਤੱਕ ਕਰ ਰਹੇ ਹੈ, ਉਹਨੂੰ ਮੈਂ ਬਾਣੀ ਦੇ ਆਧਾਰ ਤੇ ਰੱਦ ਕੀਤਾ। ਮੇਰਾ ਖਿਆਲ ਹੈ ਜਿਹੜੇ ਸ਼ਬਦ ਮੈਂ ਬਾਣੀ ਦੇ ਕੱਢ ਕੇ ਸਿੱਖ ਲਹਿਰ ਦੇ ਸਿਰਜਕ 'ਚ ਲਿਖੇ ਹੈ, ਇਹਨਾਂ ਸ਼ਬਦਾਂ ਸ਼ਲੋਕਾਂ ਤੇ ਕਿਸੇ ਵੱਡੇ ਤੋਂ ਵੱਡੇ ਸਾਧੂ ਸੰਤ ਨੇ ਵੀ ਕਦੇ ਚਰਚਾ ਨਹੀਂ ਕੀਤੀ। ਕੋਈ ਸਿੱਖ ਭਾਈ ਜੀ, ਕੋਈ ਸਿੱਖ ਰਾਗੀ, ਕੋਈ ਸਿੱਖ ਢਾਡੀ, ਕੋਈ ਸਿੱਖ ਪੁਜਾਰੀ, ਕੋਈ ਸਿੱਖ ਸਾਧ ਸੰਤ, ਕਿਸੇ ਨੇ ਵੀ ਇਹਨਾਂ ਤੇ ਚਰਚਾ ਨਹੀਂ ਕੀਤੀ। ਇਹ ਬਾਣੀ ਦੇ ਵਿੱਚ ਇੱਕ ਵੱਖਰਾ ਇਨਕਲਾਬ ਸੀ, ਔਰ ਮੇਰਾ ਖਿਆਲ ਇਹ ਕਿਤਾਬਾਂ ਜਿੱਥੇ ਗੁਲਾਮਗਿਰੀ ਦਰਸ਼ਨ ਦੂਜੀ ਵਾਰ ਛਪ ਰਹੀ ਹੈ, ਕਹਿ ਰਵਿਦਾਸ ਚਮਾਰਾ ਸ਼ਾਇਦ ਚੌਥੀ ਵਾਰ ਛਪ ਰਹੀ ਹੈ, ਸਿੱਖ ਲਹਿਰ ਦੇ ਸਿਰਜਕ ਤੀਜੀ ਵਾਰ ਛਪ ਰਹੀ ਹੈ,
तो इस बारी फर्क की पिया है कि साडे साथियों ने बकायदा तौर पर फैसला लिया है कि इन्हां पुस्तकां नूं दोबारा छापिया जाए। पहला नहीं होया कदे, पहला छपियां जरूर है पर यह फैसला नहीं होया कदे। ये पहली बार है जदों साडे जिहड़े यूरोप संघ दे साथी है उन्होंने फैसला लिया। मैनू इस गल की जरूर तकलीफ हुंदी है कि जिहड़े इस धरती दे लोग है जिहड़े हर वक्त मेरे नाल जुड़ के रहिंदे है, जिन्होंने मौका मिलता है मेरे नाल चलण का, भारत घूमण का ते विचारधारा नूं सुनण दा, उन्हां लोकां ने कदे कोई इस तरह का ख्याल नहीं रखा कि सानू ये पुस्तक है जिहड़ी ये दोबारा छपनी चाहिए है। पंजाब दे विच कदे भी इस तरह का ख्याल नहीं उभरिया। तो खुशी की गल है कि यूरोप संघ के साथी जिहड़े पैसा भी लाउंदे आ और ख्याल भी रखते हैं कि किहड़ी चीज़ की जरूरत है, किहड़ी चीज़ की जरूरत नहीं है। इस तरह कोशिश है मेरी कि मैं एक दो पुस्तकां छोटियां कोशिश करूंगा कि वो शामिल होण, वो नाल ही शामिल होण। मैं उन्हां साथियों का धन्नवाद करना नहीं भुलदा जिन्होंने ख्याल भी बनाया, मन बनाया, फिर अपने दिल की गल कही और फिर उस गल नूं पूरा करने वास्ते जिहड़े यतन चाहिए है वो भी कीते। बेशक मैनू ज़्यादा काम करना पैंदा है पर मेरी ये जिम्मेवारी बनती है कि जिहड़ियां चीज़ां होणियां नहीं सी वो हो गया, जिहड़ियां चीज़ां गुप्त लुप्त पईयां रहणियां सी, मनुख की समझ तो बाहर रहणियां सी, वो मनुख की समझ आ गया। और ये आखिरी रूप होएगा इन्हां पुस्तकां दा। सानू दोबारा इन्हां दे उत्ते ना शोध करने की जरूरत रहेगी ना शोध करने की जरूरत रहेगी। रही गल राजनीतिक तौर पे, समाजिक तौर पे परिवर्तन की, मैं जो भी हाँ वो तुहाडे सामने आ और मैं अपने साथियों को हमेशा एक गल कही है कि तुसी मेरा फायदा नहीं ले सके, पंजाब दे लोग मेरा फायदा नहीं उठा सके। पंजाब दे लोगों ने मेरा विरोध जबरदस्त विरोध तक किया है
पर मेरा जबरदस्त फायदा ये नहीं ले सके, ये दुख की गल है। बामसेर दे सारे ग्रुप अखीर तक मैं देखा उन्होंने तो बिल्कुल अलग हो जाने तक मैं देखा कि उन्होंने मैनू अपने तो अलग करके रखने की कोशिश की और अखीर वो एक करके जानी सुरखरू महसूस कर लगे। चाहे वो ग्रुप मेशराम का है, चाहे वो ग्रुप बुरकर का है, जो बुरकर से साथी है जोड़े उन्होंने है, चाहे वो तारा राम का ग्रुप है, चाहे कोई होर ग्रुप है, और चाहे पंजाब दे विच बड़िया राजनीतिक पार्टियां के ग्रुप है, चाहे वो चंद्रशेखर का ग्रुप है, चाहे मायावती का ग्रुप है, हरेक की कोशिश इको किस्म की रही है कि मैं इन्हां दी पूछ बन के रहा। और जिधर नूं ये जान उधर नूं पूछ फड़ के मैं तुरया जावां। ये सारिਆਂ ਦੀ इन्हां दी नीयत रही है। और इन्हां ने किस तरह हालात बदले, किस तरह के हालात पैदा किए और किस तरह मैनू रोकण का यतन किया, ये कोई जवानी कलामी नहीं है। ये तो एक संगठन दे विच वापरियां गल्लां है। जिथों तक किसी का वाह चलिया है उन्हें अपना पूरा वाह लाया। अज मैनू ये लगता है कि जिस तरह के इन्होंने हालात पैदा किए, जिस तरह का इन्हों की मानसिकता का वार असी देखा, या जिस तरह का इन्होंने मौका बनाने की कोशिश की, वो समाज वास्ते, इन्हां वास्ते, साढ़े सारियां वास्ते लाभदायक नहीं है, हानिकारक। मैनू इस तरह लगता है कि आने वालियां चोणां जिहड़ियां 1-2 साल जिहड़ियां होर आउणगियां, वो साबित कर देणगियां कि चाहे वो मायावती है, चाहे कोई मेशराम है, चाहे कोई चंद्रशेखर है, या कोई होर पंजाब का ग्रुप है, इन्हां दी हालात इस तरह की बनी रहेगी कि जिसका नतीजा यही रहेगा कि ये कोई अदल बदल नहीं कर सकेंगे, ना ये इकट्ठे होंगे कदे, और ना ही ये हालात बदल सकेंगे। ये दुख दीयां गल्लां है सारियां कि कोई समाज दे समझदार लोग हालात भी ना बदल सकन, इकट्ठे भी ना हो सकन, कोई नतीजा भी ना दे सकन, और वो
ਜਿਹੜੇ ਹਾਲਾਤ ਬਣੇ ਚੱਲੇ ਤੁਰੇ ਆ ਰਹੇ ਆ ਉਹਨਾਂ ਨੂੰ ਉਵੇਂ ਚੱਲਦਾ ਦੇਖਦੇ ਰਹਿਣਾ, ਬਸ ਇਹੀ ਸਮਝ ਸਕਿਆ मैं। और मैं चाहना कि पंजाब के लोग, चाहे वो दुआबे के लोग है, चाहे मालवे के लोग है, इन्होंने एक काफ़ी वड्डा संगठन बना के काम करना चाहिए। इन्हों के लोभ लालच जिहड़े है इन्ने छोटे है कि कोई भी कन्न च फूक मार देवे ये उधर नूं चले जाते हैं। इन्हां अपने आप नूं एक समाजिक लीडर के तौर पे, बहुजन लीडर के तौर पे स्थापित करन दा कोई जबरदस्त मन नहीं बनाया। जड़ी अपने आप नूं जोरावर नहीं बनाया। ये बदलते आए आ और बदलते रहेंगे। ये कदों किस नाल जाके खड़े हो जाण कुछ नहीं किया जा सकता, पर ये अपने नाल, अपने लोकां नाल खड़े होने वास्ते इन्हां कोल कोई समर्था नहीं है। तो ये दुख की गल है कि ज्यों-ज्यों असी अपने उम्र के पलों तो छोटे पै रहे हैं, त्यों-त्यों असी अपनी समाजिक शक्ति तो छोटे हो रहे हैं। हालात कोई अज दे नहीं बने। ये हालात 1997 1987-88 तो बनने शुरू हो गए थे। और जे कोई कहे कि काशीराम नूं नहीं पता तो वो आदमी या तो अनजान आदमी है या मानसिक तौर पर बेईमान आदमी। 88-87 तो बाद हालात बदलने शुरू हुए। 90 तो बाद तेजी ना बदले और 95 तो बाद हालातां नूं बदलण विच मायावती दा ते पंजाब दे कई लीडरां दा बहुत वड्डा हाथ रहा। ये सारे जिम्मेवार लोग है जिन्हां ने हालात बनन नहीं दिते कदे। इन्हां दा लोभ, इन्हां दा तां कुछ नहीं बिगड़िया। इन्हां दा लोभ फायदे च गया है, पर समाज का सत्यानाश हो गया। तो इन्हां हालतां च असीं कदे उभर सकांगे? कोई दलीलां दे सकदा आदमी, पर वो दलीलां नहीं होणगियां ਜਿਹੜੀਆਂ अमली रूप ਦੇ ਵਿੱਚ सही साबित हो जाण। तो मैं साथियों इन्ने शब्द कह के कि तुसी कोशिश करो कि असी बदल जाइए, थोड़े तो रजा लाऊंगा। जय भीम, जय भारत, नमो बुद्धा।
मेरे अजीज दोस्तों, मेरे प्यारे हम उम्र मित्रों, बीबियों, बच्चियों, जय भीम, जय भारत, नमो बुद्धा। बख्शी राम लुधियाना आप जी की सेवा विच मैनू खुशी है। प्रोफैसर साहब वीर जी ने अज वाले मेरे 3 क्लिपां उत्ते अपना बड़ा शानदार प्रतिक्रम दिता है। साडे बनते बिगड़ते हालात। बहुत धन्यवाद वीर गुरनाम सिंह मुक्तसर साहब जी, बहुत बहुत धन्यवाद। मैनू बहुत तसल्ली हुई है, निजी तौर पर बहुत तसल्ली हुई है। आप जी ने अपना प्रतिक्रम दिता है, प्रगट किया है। मित्रों, प्रोफैसर साहब जी ने पहला हालात बयान किए हैं जिन्हां विच उन्होंने पुस्तक रचनावां कीतियां हन। ये पुस्तक रचनावां आम पुस्तकां नहीं हन। पहला मैं तुहानूं ये दस देवां कि ये सारियां दियां सारियां पुस्तकां सिख लहर दे सिरजक ਕਹਿ रविदास चमारा, गुलामगिरी, ते होर उन्हां दीयां रचनावां ज्ञान का बहुत बड़ा सोमा हैं, बहुत बड़ा भंडार हैं जो उन्होंने साडे वास्ते तैयार किया। पिछले 20-22 साल की एसोसीएशन दौरान मैं कदे महसूस नहीं किया कि उन्होंने इन्हां रचनावां तो कोई निजी लाभ हासिल किया होवे। जिवें लोग पुस्तकां की रायल्टी तो ही अपना गुजारा करते हैं, प्रोफैसर साहब वीर जी ने ऐसा कदे किया नहीं। कमी नहीं उन्होंने कोई किसी गल की। सादी जही उन्हों की जिंदगी, सादा जिहा उन्हों का रहन सहन, उहदे वास्ते जो उन्होंने दोहां जियां नूं पेनशन मिलती है बहुत काफ़ी है। लोक सेवा, बहुजन सेवा उन्होंने रज के की है। अफसोस यही जो बोलते हैं, जो उन्होंने कहा है कि इस बहुजन समाज में उन्हों की कदर नहीं पई। अगला क्लिप। बहुत साल वो साहिब कांशी राम जी नाल भी जुड़े रहे, बहुत सेवा की उन्होंने। अखीर वो लोग जो प्रोफैसर साहब जी की शख्सियत तो सड़ते सन, जो समझते सन कि इस शख्स के हुंदियां वो साहिब कांशी राम जी की नेड़ता शायद उन्नी ना पा सकन, वो कामयाब होए साहिब कांशी राम जी तो दूर करने विच।
ਪ੍ਰੋਫੈਸਰ ਸਾਹਿਬ ਜੀ ਨੂੰ। ਪਰ ਉਹਨਾਂ ਨੇ ਕਦੇ, ਪ੍ਰੋਫੈਸਰ ਸਾਹਿਬ ਜੀ ਨੇ ਸਮਾਜ ਸੇਵਾ ਦਾ ਕਦੇ ਲੜ ਨਾ ਛੱਡਿਆ, ਸਦਾ ਤਤਪਰ ਰਹੇ। ਅਸੀਂ ਦੇਖਦੇ ਰਹੇ ਹਾਂ ਲੋਕਾਂ ਵਿੱਚ ਜਾਣਾ, ਲੋਕਾਂ ਵਿੱਚ ਵਿਚਰਨਾ, ਕੇਡਰ ਕੈਂਪ ਲੈਣੇ, ਪੁਸਤਕਾਂ ਦੀ ਰਚਨਾ ਕਰਨੀ, ਬੋਲ ਕੇ ਲੋਕਾਂ ਨੂੰ ਕਲਿੱਪ ਪਾ ਪਾ ਕੇ ਦੱਸਣਾ। ਇੱਕ ਵਾਰ ਲਗਾਤਾਰ ਕਈ ਮਹੀਨੇ ਸੰਵਿਧਾਨ 'ਤੇ ਚਰਚਾ ਕਰਦੇ ਰਹੇ ਸਨ। ਗਿਆਨ ਦਾ ਭੰਡਾਰ ਹਨ ਉਹ ਆਪਣੇ ਆਪ ਵਿੱਚ, ਜੋ ਉਹਨਾਂ ਨੇ ਲੁਕੋ ਕੇ ਨਹੀਂ ਰੱਖਿਆ, ਆਪਣੇ ਸਾਥੀਆਂ ਨੂੰ ਦਿੰਦੇ ਰਹੇ। ਫਿਰ ਬੋਲ ਕੇ ਵੀ ਦੱਸਦੇ ਰਹੇ, ਆਪ ਵੀ ਪਹੁੰਚਦੇ ਰਹੇ। ਲੋਕਾਂ ਨੂੰ ਕਦੇ ਮੁਕਤਸਰ, ਕਦੇ ਕੋਟਕਪੂਰੇ ਸੱਦਦੇ ਵੀ ਰਹੇ। ਉਹ ਕਦੇ ਆਪਣਾ ਗਿਆਨ ਵੰਡਣ ਤੋਂ ਰੁਕੇ ਨਹੀਂ। ਰਹੀ ਗੱਲ ਬਹੁਜਨ ਸਮਾਜ ਵਿੱਚ ਏਕਤਾ ਦੀ, ਪਿਛਲੇ 2-3 ਸਾਲਾਂ ਤੋਂ ਮੈਨੂੰ ਪਤਾ ਹੈ ਉਹਨਾਂ ਨੇ ਬਹੁਤ ਭਰਪੂਰ ਯਤਨ ਕੀਤੇ ਕਿ ਵੱਡੇ ਵੱਡੇ ਗਰੁੱਪਾਂ ਵਿੱਚ ਏਕਤਾ ਹੋ ਸਕੇ। ਆਪ ਮਿਲੇ, ਆਪ ਉਹਨਾਂ ਦੇ ਪਾਸ ਗਏ, ਉਹਨਾਂ ਨੂੰ ਆਪਣੇ ਪਾਸ ਸੱਦਿਆ, ਉਹਨਾਂ ਦੇ ਮਗਰ ਲੱਗਣ ਵਾਸਤੇ ਗੱਲ ਕੀਤੀ ਕਿ ਉਹ ਗਰੁੱਪ ਸਾਂਭਣ। ਪ੍ਰੋਫੈਸਰ ਸਾਹਿਬ ਮਗਰ ਲੱਗਣ ਨੂੰ ਤਿਆਰ ਹੋਣਗੇ, ਪਰ ਕਿਸੇ ਵੱਲੋਂ ਵੀ ਹਾਂ ਪੱਖੀ ਹੁੰਗਾਰਾ ਨਾ ਮਿਲਿਆ। ਇੱਕ ਗੱਲ ਯਾਦ ਰੱਖੋ ਮਿੱਤਰੋ, ਏਕਤਾ ਕਰਨ ਵਾਸਤੇ ਜਿਸ ਸ਼ਖਸ ਨੇ ਵੀ ਅੱਗੇ ਆਉਣਾ ਹੈ, ਉਹਨੂੰ ਆਪਣਾ ਅਸਤਿਤਵ ਮਿਟਾਉਣਾ ਪੈਣਾ ਹੈ। ਉਹ ਅਸਤਿਤਵ ਅੱਜ ਦੇ ਜ਼ਮਾਨੇ ਵਿੱਚ ਕੋਈ ਬੰਦਾ ਮਿਟਾ ਕੇ ਰਾਜੀ ਨਹੀਂ। ਹਰ ਇੱਕ ਆਪਣੇ ਆਪ ਨੂੰ ਅਗਾੜੀ ਰੱਖ ਕੇ ਰਾਜੀ ਹੈ। ਤਾਂ ਫਿਰ ਇਕੱਠ ਏਕਤਾ ਕਿੱਥੋਂ ਹੋਣੀ ਹੈ? ਪ੍ਰੋਫੈਸਰ ਸਾਹਿਬ ਜੀ ਨੇ ਆਪਣੀ ਪੇਸ਼ੀਨਗੋਈ ਦੇ ਦਿੱਤੀ ਹੈ। ਉਹਨਾਂ ਨੇ ਦੱਸ ਦਿੱਤਾ ਹੈ ਕਿ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਇਹ ਨੇੜ ਭਵਿੱਖ ਵਿੱਚ ਏਕਤਾ ਹੋ ਸਕਣ ਵਾਲੀ ਨਹੀਂ ਲੱਗਦੀ। ਚੋਣਾਂ ਆਉਣਗੀਆਂ ਜਾਣਗੀਆਂ, ਪਰ ਬਹੁਜਨ ਸਮਾਜ ਦਾ ਉਹਦੇ ਵਿੱਚ ਕੋਈ ਅਸਤਿਤਵ ਨਹੀਂ ਹੋਵੇਗਾ। ਅਗਲਾ ਕਲਿੱਪ। ਇਸ ਵਾਸਤੇ ਬਹੁਜਨ ਸਮਾਜ ਦੇ ਲੋਕੋ, ਤੁਸੀਂ ਆਪ ਜੋ ਮੇਰੇ ਤਰ੍ਹਾਂ ਸਭ ਤੋਂ ਥੱਲੇ ਵਾਲੀ ਇਕਾਈ ਹੋ, ਤੁਸੀਂ ਸੋਚੋ, ਆਪਣੀ ਬਾਬਤ ਸੋਚੋ। ਜੇ ਹੋਰ ਕੁਝ ਵੀ ਨਹੀਂ ਕਰ ਸਕਦੇ ਤਾਂ ਆਪਣੇ ਪੋਲੀਟੀਕਲ ਲੀਡਰ ਬਦਲ ਦਿਓ, ਆਪਣੇ ਰਹਿਨੁਮਾ ਬਦਲ ਦਿਓ। ਤੁਸੀਂ ਬਹੁਜਨ ਸਮਾਜ ਦਾ ਹਿੱਸਾ ਹੋ, ਆਪਣਾ ਨੁਕਸਾਨ ਨਾ ਕਰਾਓ। ਹਰ ਹਾਲਤ ਵਿੱਚ ਇਹ ਇਕੱਠ ਏਕਤਾ ਤੁਹਾਡੇ ਵਿੱਚ ਆਉਣੀ ਚਾਹੀਦੀ ਹੈ। ਨਹੀਂ ਤਾਂ ਹਾਲਾਤ ਉਹ ਹੋਣਗੇ ਕਿ ਜਾਂ ਤਾਂ ਫਿਰ ਤੁਸੀਂ ਸੀਰੀ ਰਲਦੇ ਰਿਹਾ ਕਰੋਗੇ, ਜਾਂ ਫਿਰ ਸ਼ਹਿਰਾਂ ਵਿੱਚ ਸੀਵਰੇਜ ਸਾਫ਼ ਕਰਿਆ ਕਰੋਗੇ,
ਸੜਕਾਂ 'ਤੇ ਝਾੜੂ ਦਿਆ ਕਰੋਗੇ, ਇਹ ਤੁਹਾਡੇ ਜਿੰਮੇ ਕੰਮ ਰਹਿ ਜਾਣਗੇ। ਪੜ੍ਹਾਈਆਂ ਤੁਹਾਡੀਆਂ ਵਾਸਤੇ ਸਰਕਾਰ ਨੇ ਸਕੂਲਾਂ ਦੇ ਰਸਤੇ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਬੰਦ ਕੀਤੇ ਹੋਏ ਹਨ। ਪ੍ਰੋਫੈਸ਼ਨਲ ਪੜ੍ਹਾਈਆਂ ਇੰਨੀਆਂ ਉੱਚੀਆਂ ਕਰ ਦਿੱਤੀਆਂ ਹਨ ਕਿ ਤੁਸੀਂ ਉਸ ਪਾਸੇ ਵੱਲ ਸੋਚ ਵੀ ਨਹੀਂ ਸਕਦੇ। ਇਸ ਵਾਸਤੇ ਹੁਣ ਆਪਣਾ ਇਲਾਜ ਆਪ ਸੋਚੋ। ਇੰਨਾ ਆਖਦਾ ਹੋਇਆ ਰਜ਼ਾ ਮੰਗਦਾ ਹਾਂ ਪ੍ਰੋਫੈਸਰ ਸਾਹਿਬ ਜੀ ਨੇ ਇੱਕ ਵਾਰ ਫਿਰ ਸਤਿਕਾਰ ਸਹਿਤ ਜੈ ਭੀਮ ਜੈ ਭਾਰਤ ਨਮੋ ਬੁੱਧਾ ਕਹਿੰਦਾ ਹਾਂ। ਸੋ ਮਿੱਤਰੋ, ਰਜ਼ਾ ਮੰਗਦਾ ਹਾਂ ਜੈ ਭੀਮ ਜੈ ਭਾਰਤ ਨਮੋ ਬੁੱਧਾ।